ਉਹਨਾਂ ਨੂੰ ਉਹ 6ਵੀਂ ਚੋਂ ਹਟ ਗਏ ਸੀ। ਹੁਣ ਜਿਨ੍ਹਾਂ ਦੇ ਬਾਰੇ 'ਚ ਆਪਾਂ ਇੱਥੇ ਬੈਠੇ ਹਾਂ ਗੱਲ ਕਰਨ ਦੇ ਲਈ, ਜਿਹੜੇ ਕਿ ਪੰਜਾਬ ਦੇ ਨਹੀਂ, ਹਿੰਦੁਸਤਾਨ ਦੇ ਨਹੀਂ, ਵਰਲਡ ਦੇ, ਪੰਜਾਬੀ ਦੇ ਇੱਕ ਬਹੁਤ ਵੱਡੇ ਸ਼ਾਇਰ ਹੋਏ ਆ ਜਿਨ੍ਹਾਂ ਨੂੰ ਸਾਰੀ ਦੁਨੀਆ ਜਾਣਦੀ ਆ, ਭਾਵੇਂ ਬਾਕੀਆਂ ਨੂੰ ਵੀ ਸਾਰੀ ਮੇਰੇ ਪਿਤਾ ਜੀ ਨੂੰ ਵੀ ਬਹੁਤ ਨਾਂ ਰਿਹਾ। ਉਹ ਕਿਉਂ ਰਿਹਾ ਮੈਂ ਤੁਹਾਨੂੰ ਹੁਣੇ ਜ਼ਿਕਰ ਕਰਨ ਦੱਸਾਂਗਾ। ਅਤੇ ਉਹ ਜਿਹੜੇ ਜਿਨ੍ਹਾਂ ਦਾ ਮੈਂ, ਉਹ ਪੰਜਾਬੀ ਦੇ ਬਹੁਤ ਬੜੇ ਸ਼ਾਇਰ, ਨਾਮਵਰ ਸ਼ਾਇਰ, ਬਹੁਤ ਹੀ ਆਦਰਣੀਏ ਨੰਦ ਲਾਲ ਨੂਰਪੁਰੀ ਦੇ ਕੇਡਰ ਦੇ ਸ਼ਾਇਰ, ਜਿਹੜੇ ਕਿ ਇਕੱਠੇ ਰਹੇ, ਇਕੱਠੀਆਂ ਸਟੇਜਾਂ ਕੀਤੀਆਂ, ਅਤੇ ਉਹਨਾਂ ਦਾ ਮੈਂ ਜ਼ਿਕਰ ਕਰਨ ਲਈ ਇੱਥੇ ਤੁਹਾਡੇ ਕੋਲ ਬੈਠਾ ਕਿ ਉਹਨਾਂ ਦਾ ਨਾਮ, ਸ਼ੁਭ ਨਾਮ ਨਰਿੰਦਰ ਪ੍ਰਕਾਸ਼ ਖੇਦੀ, ਜਿਨ੍ਹਾਂ ਨੂੰ ਖੇਦੀ ਸਾਹਿਬ ਕਹਿ ਕੇ ਨਾਂ ਲਿਆ ਜਾਂਦਾ ਹੈ, ਲੋਕ ਜਾਣਦੇ ਨੇ। ਉਹ ਇੱਕ ਪੰਜਾਬੀ ਸਾਹਿਤ ਦੇ ਵਿੱਚ ਉਹਨਾਂ ਦੀ ਬਹੁਤ ਵੱਡੀ ਦੇਣ ਆ। ਭਾਵੇਂ ਉਹ ਸਾਹਿਤ ਦੇ ਵਿੱਚ ਆਪਣਾ ਕੋਈ ਐਡਾ ਵੱਡਾ, ਜਿਹਨੂੰ ਆਪਾਂ ਕਹਿੰਦੇ ਆ ਲਿਖਤੀ ਰੂਪ, ਕਿਤਾਬਾਂ ਦੇ ਰੂਪ ਦੇ ਵਿੱਚ ਨਹੀਂ ਆ ਸਕੇ, ਪਰ ਉਹਨਾਂ ਨੇ ਜਿੰਨਾ ਕੰਮ ਕੀਤਾ ਸ਼ਾਇਰੀ ਅਤੇ ਕਵਿਤਾ, ਪੰਜਾਬੀ ਕਵਿਤਾ ਦੇ ਉੱਤੇ, ਉਹਦਾ ਜ਼ਿਕਰ ਕਰਨਾ ਬਹੁਤ ਮੁਸ਼ਕਲ ਹੈ। ਉਹਨਾਂ ਦੀ ਪਰਸਨੈਲਿਟੀ ਬਾਰੇ, ਉਹਨਾਂ ਦੇ ਕੰਮ ਬਾਰੇ, ਪੰਜਾਬੀ ਸਾਹਿਤ ਬਾਰੇ। ਅਤੇ ਉਹਨਾਂ ਨੇ 6 ਕਲਾਸਾਂ ਕੀਤੀਆਂ ਸੀ ਸਰਕਾਰੀ ਸਕੂਲ ਦੇ ਵਿੱਚੋਂ। 6ਵੀਂ ਪਾਸ ਕਰਨ ਤੋਂ ਬਾਅਦ ਉਹ, ਜਦੋਂ ਉਹਨਾਂ ਦੀ ਏਜ ਹੋਈ ਅਤੇ ਨੇਵੀ ਦੇ ਵਿੱਚ ਭਰਤੀ ਹੋ ਗਏ। ਅਗਰ ਉਹਨਾਂ ਦੀ ਫਿਜ਼ੀਕ ਦੀ ਗੱਲ ਕਰੀਏ, ਤੁਸੀਂ ਦੇਖੋਗੇ ਫੋਟੋ ਦੇ ਵਿੱਚ ਜਾਂ ਵੈਸੇ ਵੀ 6 ਫੁੱਟ ਤੋਂ ਜ਼ਿਆਦਾ ਉਹਨਾਂ ਦੀ ਲੰਬਾਈ ਸੀ। ਬਹੁਤ ਲੰਬੇ ਵਿਅਕਤੀਤਵ ਵੱਲ ਉਹਨਾਂ ਦਾ ਸਰੀਰ ਸੀਗਾ। ਬਹੁਤ ਹੀ ਖੂਬਸੂਰਤ ਪਰਸਨੈਲਿਟੀ ਸੀ। ਉਹ ਖਿੱਜ ਸਾਹਿਬ ਦੇ ਵਿੱਚ 2 ਹੀ ਗੁਣ ਕਹਿੰਦੇ ਆ ਵੀ, ਖੂਬਸੀਰਤ ਹੋਣਾ ਹੋਰ ਗੱਲ ਹੈ, ਖੂਬਸੂਰਤ ਹੋਣਾ ਹੋਰ ਗੱਲ ਹੈ। ਲੇਕਿਨ ਅਗਰ ਇੱਕੋ ਹੀ ਵਿਅਕਤੀ ਦੇ ਵਿੱਚ 2 ਕੁਆਲਿਟੀਜ਼, ਵਿਸ਼ੇਸ਼ਤਾਵਾਂ ਹੋ ਜਾਣ ਤਾਂ ਉਹ ਕਿਆ ਬਾਤ ਹੋਏਗੀ। ਅਤੇ ਖੇਦੀ ਸਾਹਿਬ ਦੇ ਉੱਤੇ ਮੈਂ ਬੜਾ ਆਪਣੇ ਆਪ ਨੂੰ ਬੂਸਟ ਨਾ ਕਰਾਂ, ਆਪਣੇ ਪਰਿਵਾਰ ਦੀ ਨਾ ਵਡਿਆਈ ਕਰਾਂ, ਅਤੇ ਅਗਰ ਜਿੱਥੇ ਤੱਕ ਮੈਂ ਹੁਣ ਜ਼ਿਕਰ ਕਰ ਚੁੱਕਾ, ਇੱਕ ਬੰਦਾ, ਇਹਨਾਂ ਦੋਨਾਂ ਹੀ ਰੱਬ ਦੀ ਕਿਰਪਾ, ਈਸ਼ਵਰ ਦੀ ਸੀਗੀ ਕਿ ਵਾਹਿਗੁਰੂ ਦੀ, ਕਿ ਇਹ 2 ਹੀ ਚੀਜ਼ਾਂ ਮੇਰੇ ਪਰਿਵਾਰ ਨੂੰ ਦਿੱਤੀਆਂ। ਅਗਰ ਖੂਬਸੂਰਤੀ ਦਿੱਤੀ ਹੈ ਤਾਂ ਖੂਬਸੀਰਤ ਵੀ ਰਹੇ। ਅਤੇ ਖੇਦੀ ਸਾਹਿਬ ਦੇ ਵਿੱਚ ਵਿਸ਼ੇਸ਼ ਗੁਣ ਸੀ ਕਿ ਉਹਨਾਂ ਦੀ ਪਰਸਨੈਲਿਟੀ, ਉਹ ਇੱਕ ਬਹੁਤ ਖੂਬਸੂਰਤ ਪਰਸਨੈਲਿਟੀ ਦੇ ਮਾਲਕ ਸੀ, ਵਿਅਕਤੀਤਵ ਦੇ ਮਾਲਕ ਸੀ, ਅਤੇ ਉਹਦੇ ਨਾਲ ਖੂਬਸੀਰਤ ਵੀ ਸੀਗੇ। ਕਿਉਂਕਿ ਜੇ ਉਹਨਾਂ ਦੀ ਗੁਣ, ਸ਼ਾਇਰੀ ਦੀ ਗੱਲ ਕਰੀਏ, ਉਹਨਾਂ ਦੇ ਗਲ ਕਲਾਮ ਦੀ ਗੱਲ ਕਰੀਏ, ਉਹਨਾਂ ਦੀ ਵਿਦਵਤਾ ਦੀ ਗੱਲ ਕਰੀਏ, ਉਹਨਾਂ ਦੇ ਲੋਕਾਂ ਦੇ ਵਿੱਚ ਨਾਮ ਦੀ ਗੱਲ ਕਰੀਏ, ਅਤੇ ਬਹੁਤ ਉੱਚ ਪਰਸਨੈਲਿਟੀ, ਬਹੁਤ ਅੱਛੀ ਔਰ ਬੜੀ ਵੱਡੀ ਪਰਸਨੈਲਿਟੀ, ਬਹੁਤ ਵਿਅਕਤੀਤਵ, ਉੱਚ ਵਿਅਕਤੀਤਵ ਦੇ ਮਾਲਕ ਸੀਗੇ। ਤਾਂ ਉਹਨਾਂ ਨੇ 6-7 ਸਾਲ ਆਰਮੀ ਦੇ, ਆਪਣੇ ਨੇਵੀ ਦੇ ਵਿੱਚ ਕੰਮ ਕੀਤਾ, ਜਿਨ੍ਹਾਂ ਦੀ ਅਲੱਗ ਇੱਕ ਕਹਾਣੀ ਹੈ। ਠੀਕ ਹੈ, ਉਹਨਾਂ ਨੇ ਆਪਣੇ ਖਰੇ ਕਿੰਨੇ ਨੇਵੀ ਦੇ ਵਿੱਚ ਕਿੰਨੇ ਦੇਸ਼ ਦੇਖੇ ਉਹਨਾਂ ਨੇ, ਕਿਉਂਕਿ ਉਹਨਾਂ ਦਾ ਜਿਹੜਾ ਜਹਾਜ਼ ਸੀਗਾ, ਅਲੱਗ-ਅਲੱਗ ਬੰਦਰਗਾਹਾਂ ਦੇ, ਕੰਟਰੀਜ਼ ਦੀਆਂ ਬੰਦਰਾਂ, ਉੱਥੇ 2-2 ਮਹੀਨੇ ਰਹਿਣਾ, ਉੱਥੇ ਜਾਣਾ, ਅਤੇ ਉਹ ਸਾਰਾ ਉਹਨਾਂ ਨੇ ਪੂਰਾ ਵਰਲਡ ਘੁੰਮ ਲਿਆ ਸੀ ਨੇਵੀ ਦੇ ਥਰੂ। ਫਿਰ ਉਹਨਾਂ ਨੇ ਇੱਕ ਟਾਈਮ ਆਇਆ ਜਦੋਂ ਆਜ਼ਾਦ ਹਿੰਦ ਫੌਜ ਬਣੀ, ਅਤੇ ਉਦੋਂ ਬਾਅਦ ਦੇ ਵਿੱਚ ਆਜ਼ਾਦੀ ਦੀ ਲੜਾਈ, ਜਦੋਂ ਆਜ਼ਾਦ ਹੋਣਾ ਸੀ, ਉਦੋਂ ਆ ਕੇ ਉਹਨਾਂ ਨੇ, ਖੇਦੀ ਸਾਹਿਬ ਦਾ 1923 ਦਾ ਜਨਮ, ਅਤੇ ਉਹਨਾਂ ਨੇ ਫਿਰ ਉਹ ਜੋਬ ਛੱਡ ਦਿੱਤੀ, ਛੱਡ ਕੇ ਆ ਗਏ। ਫਿਰ ਉਹਨਾਂ ਦੀ ਸ਼ਾਦੀ ਜਿਹੜੀ ਹੈ ਉਹ ਹੋ ਚੁੱਕੀ ਸੀਗੀ, ਹੋ ਗਈ, ਅਤੇ ਆ ਕੇ ਉਹ ਆਪਣੇ ਇੱਕ ਡੇਰਾ ਸਾਡਾ ਇੱਥੇ ਕਰਤਾਰਪੁਰ, ਬਹੁਤ ਮਸ਼ਹੂਰ ਡੇਰਾ, ਬਹੁਤ ਹੀ ਨਾਮਵਰ ਡੇਰਾ ਹੈ, ਉੱਥੇ ਉਸ ਆਸ਼ਰਮ ਦੇ ਵਿੱਚ ਖੇਦੀ ਸਾਹਿਬ ਨੂੰ ਛੱਡ ਦਿੱਤਾ ਗਿਆ, ਅਤੇ ਉੱਥੇ ਉਹ ਰਹੇ। ਉਹਨਾਂ ਦੀ ਸ਼ਾਦੀ ਵੀ ਉੱਥੇ ਹੋਈ, ਅਤੇ ਉਹ ਉੱਥੇ ਰਹਿਣਾ ਸ਼ੁਰੂ ਕਰ ਦਿੱਤਾ। ਖੇਦੀ ਸਾਹਿਬ ਆਪਣੇ ਜੋ ਉਹਨਾਂ ਨੇ ਕਿਤਾਬ ਅੰਮ੍ਰਿਤ ਛਾਪ, ਉਹਨਾਂ ਦੀ ਇੱਕੋ ਹੀ ਕਿਤਾਬ
एक किताब छपी है, एक जिहड़ी कि मेरे प्रैस तो मेरी प्रिंटिंग प्रैस तो छपी है, तो एक उन्हों का श्री गुरु रविदास जी नाल संबंधित श्री रवि दर्शन उन्होंने गीतों का एक गुरु रविदास जी के जीवन नाल संबंधित वो छपया, तो एक जिहड़ी उन्होंने अपनी किताब छपी है कवितावां दी अंबर, ਉਹਦੇ ਵਿੱਚ ਉਹ ਜ਼ਿਕਰ ਕਰਦੇ ਆ कि मैं ਉੱਥੇ ਮੈਨੂੰ बहुत ਵੱਡਾ मेरा ਸੁਭਾਅ ਦੀ एक मेरा रुचि ਸੀਗੀ कि मैं बहुत ਸਾਹਿਤ पढ़ ਦਿੱਤਾ, बहुत किताबां पढ़ियाँ, बहुत ही बड़े बड़े लोगों दी अच्छे अच्छे राइटर्स दियाँ पढ़ियाँ, तो उस पढ़ के तो मैनू लोग किताबी कीड़े का नाम देंदे सी भी ये किताबी कीड़ा है। तो इन्ना उन्होंने पढ़िया तो उदों बाद उन्होंने जिहड़ा रुझान भावें उन्होंने खून च सीगा शायरी कविता है ना, वो जिक्र करते हैं कि मैं जदों छोटा सीगा तो मैनू शौक हो गया, तो पिता जी ने कविता का जिहड़ी व्याकरण है वो साडे दादा जी उन्होंने खुद शौक सीगा कि मैं जो भी सीखां वो वधिया सीखां, एक लैवल का सीखां। उन्होंने भी कविता की व्याकरण की किताब जिन्हों कि पिंगल कहा जाता है, पिंगल जिहड़ा उन्होंने जुबानी याद सीगा साडे दादा जी नूं, वो पिंगल के अनुसार ही कविता लिखते सी। तो खिज साहब कहते कि मैनू ये बहुत अच्छा लगता सी कि मैं भी सीखा, तो मैं अपने पिता जी कोलों वो पिंगल पढ़ लिया, तो कुछ ही दिनों मैं वो सारे का सारा ही जुबानी याद कर लिया, तो मैं पिंगल के अनुसार ही कविता लिखनी शुरू की। खिज साहब कहते हैं तो खिज साहब दा जिहड़ा उन्होंने एक बड़े इनकलाबी शायर होया जिन्होंने समाज की हर दुख की रग ते हथ रखा। उन्होंने वो फिर जिक्र करते अपनी उस रचना च कि शायर की शायरी भावें किसी खूबसूरत लड़की दे हुसन तो शुरू होंदी है, पर असल च जिहड़ी शायरी की जवानी है वो असल शायरी वो शुरू होंदी है जदों वो किसी हाड़ च तपदी हुई तपदी रेता दे विच बैठी हुई इट्टां कुटदी हुई गरीब लड़की नौजवान जिहदे ते तन ते पूरा कपड़ा भी नहीं है, उहदी असलीयत नूं लिखदिया होया जिहड़ी शायरी बाहर आंदी है, असल शायरी हो उस लड़की की तपदी हुई जवानी दे विच जदों मजबूरी नाल उहनूं मजदूरी करनी पैंदी है, असल शायरी जदों उहदा जिक्र करदा ते असल शायरी वो होंदी है। तो इस इदां दी सोच दे मालक खिज साहब, मैं जिक्र कर रहा सीगा कि खेदी साहब अपनी जॉब छड्ड के जिहड़ा नेवी की जॉब छड्ड करतारपुर टिक गए, उत्थे उन्होंने बहुत इतिहास पढ़िया, बहुत लिटरेचर पढ़िया, तो उन्होंने रुचि पहला कहानीकार के तौर पर सी, कहानी दे विच रुचि सी, छोटी छोटिया कहानियां लिखनी शुरू की वो कहते। तो लेकिन असल च वो कहते भी मेरा जिहड़ा परमात्मा ने जिहड़ा मैनूं काम दिता है सीगा वो होर सीगा, ते मेरी रुचि हौली हौली कविता वल हो गई, धार्मिक गीत लिखना, कविता लिखना, तो मैं कविता लिखनी शुरू कर दी। तो उदों इतिहास साडा योगदान बहुत घट सीगा, ठीक है। लेकिन खेदी साहब कहते भी मैं अपनी जिहड़ी रचनावां जिहड़ियां लिखनियां शुरू कर दित्तियां, कुछ धार्मिक प्रोग्रामां ते, कुछ समाजिक प्रोग्रामां ते कुछ राजनीतिक जिहड़े काम हुंदे सीगे, जिहड़े फंक्शन हुंदे सीगे, उन्हां दे विच मैं लिखनियां। और हौली हौली मैं एक कवि के तौर पर प्रमाणित होना शुरू हो गया, ठीक है। तो जद कि एक परिवार की जरूरत सीगी कि परिवार को जरूरत, जब मैं जथे की एक जिक्र कर चुका अपने पिता जी का जथा गोबिंद राम दुखिया जी का जथा जिहड़ा वो जदों बाहर कीर्तन करन जांदे सी वक्रे वक्रे समाज दे विच, हिंदू समाज दे विच, सिख समाज दे विच, ते अपने समाज दे विच जदों भी जांदे सी उन्हां नूं जरूरत हुंदी सी इतिहास सुनाउण दी, वो बुलांदे सीगे ते गुरु साहिबान का इतिहास है ना, श्री रामचंद्र, रामनवमी, दशहरा वगैरह उन्होंने बुलाते थे, तो उन्होंने बारे लिखना पैंदा सीगा। फिर अपने समाज का
है ना इतिहास लिखना, गुरु रविदास जी का इतिहास लिखना, वो फिर इदां दे उन्होंने गीत अपने जिहड़ा परिवार है वो लिखना शुरू किया। तो उस दौर दे विच उन्हां दा नां जिहड़ा आ जिहड़ा ਸਾਹਿਤਿਕ तौर पर भी समाज दे विच नां बनना शुरू हो गया सीगा। तो ऐसे शायर वो प्रमाणित हो गए सीगे ते जिहदे विच बहुत वड्डियां वड्डियां स्टेजां दे विच उन्होंने फिर उन्होंने हुण मैनूं इन्ना याद नहीं पता नहीं है, वो रोपड़ रहे, रोपड़ जाके उन्होंने एक अपना उन्होंने विच जिक्र करा, उन्होंने अपना असल च रोज़ी का साधन वक्रे वक्रे अडोप्ट किए। उदों जदों रोपड़ गए वो अपने परिवार ने गए, छोटे छोटे बच्चे सी, बड़ी बेटी जी वो साल 1.5 साल की सी, तो जदों उत्थे 5-6 साल रहे 7 साल रहे होने गया, उत्थे उन्होंने नाल जिहड़ा पेंटिंग का काम शुरू किया सी। उदों सरकारां दे ठेके मिलते सीगे, रोड्स ते लिखना, बोर्ड लिखना जां होर इदां दा उन्होंने काम शुरू किया सीगा। ये काम किया उन्होंने अपनी रोटी चलाउण लई, ते नाल नाल उन्होंने मुशायरे अटेंड शुरू किए शायरी दे विच। उदों स्टेजी कवियां दा बहुत कम सीगा, स्टेज का बहुत कम सीगा। स्टेजी शायरी जिहड़ी सीगी वो अपने जोबन ते सीगी, सिखर ते सीगी, ते उदों बड़े बड़े नां सीगे उन्हां ज़मानिਆਂ च, जिवें नंद लाल नूरपुरी साहब, ठीक है, तो नंद लाल नूरपुरी साहब नूं खेड़ी साहब उस्ताद जी कहिंदे सीगे। बहुत वड्डियां वड्डियां स्टेजां उन्होंने अटेंड कीतियां, ते नंद लाल नूरपुरी साहब का आपस में बहुत प्यार सीगा इन्हां दा खेड़ी साहब का। तो इदां ही दीपक जैतोई साहब, ठीक है, फिर इत्थे अपने उस जमाने के साडे आबादपुरे तो श्री चानण लाल मानिक, किन्ने इनकलाबी शायर जिन्होंने बाद च रविदास पत्रिका के एडिटर रहे। उदों बाद आपां कहिए सफरी साहब अपने उत्थे वाले दसूए वाले की नाम से उन्हों का, सरदार चरण सिंह सफरी साहब। फिर जिहड़े इत्थे दे जलंधर के इलाके के शायर बहुत सारे लोग शायर सीगे, मैं हुण नाम तो मेरे हौली हौली ज़हन चों निकलते गए, हर बहुत नामवर शायरां च। हाँ उन्होंने, हाँ एक गल जरूर, इन्होंने अपने शिव कुमार बटालवी साहब, अमृता प्रीतम, इन्हां दे SS मीशा, फिर अपने की नाम इन्हां दा जगतार जिन्हां दा नाम, वो तो साडे गुआढ़ी सीगे, साडे पिंड नेड़े राजगुमाल, असी कंबोआ उन्होंने कहते, उत्थे दे उन्हां दा जन्म सीगा, उत्थे दे पढ़े, उत्थे पढ़े, साडे ब्रदर्स दे नाल पढ़े हो, ते उन्हां दा जगतार जी का उन्हां जिक्र किया जा सकदा जिहड़े। लेकिन ये जगतार जी खेदी साहब दे शागिर्दां टाइप चों आंदे, जदों कि वो नाम नहीं होया सी जगतार जी का, उन्हां दा तखल्लस जिहड़ा सीगा वो होर सीगा। जदों कहते मैं एक बारी गया जगतार जी मिलण हुशियारपुर, उदों प्रोफैसर सीगे, तो खेदी साहब ने मैनू भेजिया, तो मैनू वो कहा भी उन्होंने खेदी साहब ने दसिया उन्होंने जगतार जी का पहला जिहड़ा तखल्लस सीगा पपीहा सीगा। पपी शायद तुहानूं पता होवे, पपीहा सीगा, जगतार सिंह पपीहा। तो जदों मैं गया, मैं कहा खेदी साहब कहंदे सीगे भी जदों मैं उन्होंने मिलिया, दर्शन किए उन्होंने, तो वो कहते मैं बहुत खुश होया कि खेदी साहब ने मेरे को तुहानूं भेजिया है, मैं मेरा बहुत बड़ा मैनू खुशी महसूस हो रही है। पर एक गल आ काके भाई मैं पपीहा तो कदों दा मर गया, हुण तो मैं जगतार है ना, चलो ऐ नहीं है। तो वो कहना जगतार जी ये उन्होंने प्रशंसकां दे विच खेदी साहब दे विच सीगे, ते खेदी साहब ने शिव कुमार जी दे नाल अमृता प्रीतम जी नाल स्टेजां सांझियां कीतियां, ठीक है। तो ये जैतोई साहब, दीपक साहब, चरण लाल मानक, सफरी साहब, 2-3 नाम सफरी दे नाल जलंधर दे विच होर भी ने सफरी, ठीक है, उन्होंने लगा। तो खेदी साहब एज ए कवि, कविता लिखने वाले चों बहुत ही एक उमदा शायर हुए, मतलब उन्होंने शायरी सीगी, और उन्होंने स्टेज के उत्ते ऐसा प्रभाव सीगा। नंद लाल नूरपुरी साहब का अंदाज़ जिहड़ा है, ठीक है, साडी बदकिस्मती साडे समाज की, साडे को उन्हां दियां कोई भी जिहड़ियां उस जमाने आ गया सी
ਸਾਰੀ ਰਿਕਾਰਡਿੰਗਸ ਹੋਣੀ ਸ਼ੁਰੂ ਹੋ ਗਈਆਂ ਸੀਗੀਆਂ, ਵੱਡੀਆਂ ਵੱਡੀਆਂ ਸਟੇਜਾਂ ਦੀਆਂ ਰਿਕਾਰਡਿੰਗ ਹੋਈਆਂ। ਈਵਨ ਜਲੰਧਰ ਜਿਹੜਾ ਦੂਰਦਰਸ਼ਨ ਆ ਉਹਦੇ ਤੋਂ ਵੀ ਰਿਕਾਰਡਿੰਗ ਹੋਈਆਂ, ਲੇਕਿਨ ਉਹਨਾਂ ਦੀ ਕੋਈ ਰਿਕਾਰਡਿੰਗ ਨਹੀਂ ਹੈ। ਕਿੱਡੀ ਬਦਕਿਸਮਤੀ ਹੈ ਸਾਡੀ, ਕੋਈ ਇਤਿਹਾਸ ਕੋਈ ਸਾਡੇ ਕੋਲ ਨਹੀਂ ਪਿਆ। ਲੇਕਿਨ ਨੰਦ ਲਾਲ ਨੂਰੀ ਸਾਹਿਬ ਦਾ ਜਿਹੜਾ ਮਤਲਬ ਅੰਦਾਜ਼ ਸੀ ਸਟੇਜ ਦੇ ਉੱਤੇ, ਜਵਾਬ ਨਹੀਂ ਸੀ ਉਹਨਾਂ ਦਾ। ਐਸਾ ਉਹ ਤਰਨਮ 'ਚ ਨਹੀਂ ਸੀ ਬੋਲਦੇ, ਤਹਿਤ ਲਫ਼ਜ਼ ਕਵਿਤਾ ਬੋਲਦੇ ਸੀ, ਔਰ ਐਦਾਂ ਸ਼ਬਦ ਪੈਂਦੇ ਸੀ ਜਿੱਦਾਂ ਕਿਤੇ ਕੋਈ ਤੋਪ ਦੇ ਗੋਲੇ ਡਿੱਗ ਰਹੇ ਹੁੰਦੇ। ਮੈਂ ਸੁਣਿਆ, ਮੈਂ ਹਾਲਾਂਕਿ ਮੈਂ ਉਹਨਾਂ ਨੂੰ ਸੁਣ ਨਹੀਂ ਸਕਿਆ, ਖੇਦੀ ਸਾਹਿਬ ਦੱਸਦੇ ਸੀਗੇ। ਅਤੇ ਔਰ ਖੇਦੀ ਸਾਹਿਬ ਦੀ ਮੈਂ ਗੱਲ ਕਰਾਂ ਤਾਂ ਨੰਦ ਲਾਲ ਨੂਰੀ ਸਾਹਿਬ ਕਹਿੰਦੇ ਸੀਗੇ ਵੀ ਅਗਰ ਕੋਈ ਕੰਮ ਦੀ ਗੱਲ ਕਰਦਾ ਤਾਂ ਖੇਦੀ ਕਰਦਾ, ਜੇ ਕੋਈ ਕੰਮ ਦੀ ਗੱਲ ਸ਼ਾਇਰੀ ਦੇ ਬਾਰੇ ਗੱਲ ਕਰਨੀ ਹੈ ਤਾਂ ਖੇਦੀ ਨਾਲ ਗੱਲ ਕਰੋ, ਠੀਕ ਹੈ। ਭਾਵੇਂ ਮੈਨੂੰ ਇਹ ਉਸਤਾਦ ਕਹਿੰਦਾ ਹੈ ਨਾ, ਪਰ ਜਿਹੜੀ ਸ਼ਾਇਰੀ ਦੀ ਅਗਰ ਗੱਲ ਕਰਨੀ ਹੈ, ਅਗਰ ਕੋਈ ਸ਼ਾਇਰੀ ਦੇ ਵਜ਼ਨ ਦੀ ਗੱਲ ਕਰਨੀ ਹੈ ਕਿ ਵਜ਼ਨ ਕੀ ਹੈ ਇਸ ਗਜ਼ਲ ਦਾ, ਇਸ ਗੀਤ ਦਾ, ਇਸ ਸ਼ਬਦ ਦਾ, ਇਹ ਕਵਿਤਾ ਦਾ, ਤਾਂ ਉਹ ਖੇਦੀ ਨਾਲ ਗੱਲ ਕਰੋ। ਮਤਲਬ ਇੰਨਾ ਮਾਣ ਦਿੰਦੇ ਸੀਗੇ। ਖੇਦੀ ਸਾਹਿਬ ਦਾ ਨਾਮ ਬਹੁਤ ਸ਼ਾਇਰਾਂ ਦੇ ਵਿੱਚ, ਸਟੇਜੀ ਸ਼ਾਇਰਾਂ ਦੇ ਵਿੱਚ ਬਹੁਤ ਵੱਡਾ ਨਾਮ ਹੋ ਗਿਆ ਸੀਗਾ ਜਦੋਂ। ਅਤੇ ਫਿਰ ਉਹਨਾਂ ਦੇ ਤਿੰਨ ਜਿਹੜੇ ਖੇਦੀ ਸਾਹਿਬ ਅਸਲ ਦੇ ਵਿੱਚ ਸਾਹਿਤਕਾਰ ਦੇ ਰੂਪ ਦੇ ਵਿੱਚ 3 ਹੀ ਸਿਨਫਾਂ 'ਤੇ ਉਹਨਾਂ ਦਾ ਬਹੁਤ ਵੱਡਾ ਜਿਹੜਾ ਸੀਗਾ ਉਹਨਾਂ ਦਾ ਕਾਬੂ ਸੀਗਾ, ਹੈ ਨਾ। ਸ਼ਾਇਰੀ, ਉਹ ਵਾਰਤਕ ਬਹੁਤ ਅੱਛੀ ਲਿਖਦੇ ਸੀ। ਉਹਨਾਂ ਦਾ ਵਾਰਤਕ ਬਹੁਤ ਜ਼ਬਰਦਸਤ, ਵਾਰਤਕ ਦੇ ਵਿੱਚ ਉਹਨਾਂ ਦਾ ਇੱਕ ਅੰਦਾਜ਼ ਸੀਗਾ। ਅਤੇ ਉਹਨਾਂ ਨੇ ਆਪਣੇ ਸਮਾਜਿਕ ਤੌਰ ਤੇ ਸਮਾਜ ਦੇ ਨੂੰ ਪੇਸ਼ ਕਰਨ ਦੇ ਤੌਰ 'ਤੇ ਉਸ ਸਮੇਂ ਦੇ ਰਾਜਨੀਤਿਕ, ਸਮਾਜਿਕ ਔਰ ਧਾਰਮਿਕ ਉਹਨਾਂ ਦੇ ਸਮਾਜ ਨੂੰ ਪੇਸ਼ ਕਰਨ ਦੇ ਲਈ ਉਹਨਾਂ ਦੀ ਜਿਹੜੀ ਸ਼ਾਇਰੀ, ਉਹਨਾਂ ਦਾ ਜਿਹੜਾ ਸਾਹਿਤ ਹੈ ਉਹ ਕਦੀ ਇਤਿਹਾਸ ਜਾਣੇਗਾ, ਹੈ ਨਾ। ਅਤੇ ਉਹਨਾਂ ਨੇ ਆਪਣੀ ਵਾਰਤਕ ਨੂੰ ਜਾਂ ਸਾਹਿਤ ਨੂੰ ਅੱਗੇ ਲਿਜਾਣ ਦੇ ਲਈ ਉਹਨਾਂ ਨੇ ਲੁਧਿਆਣੇ 'ਚ ਰੋਪੜ ਰਹੇ ਹੋ। ਰੋਪੜ ਉਹਨਾਂ ਨੇ ਇੱਕ ਕਵੀ ਸਭਾ ਬਣਾਈ ਰੋਪੜ ਦੇ ਵਿੱਚ। ਹੁਣ ਮੈਂ ਤਾਂ ਮੈਂ ਤੁਹਾਨੂੰ ਨਹੀਂ ਦੱਸ ਸਕਦਾ, ਲੇਕਿਨ ਉਦੋਂ ਉਹਨਾਂ ਦੀ ਬੜੀ ਬੇਟੀ ਜਿਹੜੀ ਆ ਉਹ 2 ਸਾਲ 1.5 ਸਾਲ ਦੀ, ਬੱਚੇ ਉੱਥੇ 2 ਹੋਏ ਉਹਨਾਂ ਦੇ ਆਲੇ ਦੁਆਲੇ ਵਿੱਚ। ਉਹਨਾਂ ਨੇ ਉੱਥੇ ਕਰਤਾ ਰਾਮ ਚਮਨ ਉਹਨਾਂ ਦੇ ਸ਼ਾਗਿਰਦ ਹੋਏ ਆ, ਉਹ ਰੋਪੜ ਤੋਂ। ਉਹਨਾਂ ਦਾ ਅੱਗੇ ਬੇਟਾ ਵੀ ਸ਼ਾਇਰ ਹੈ ਨਾ, ਉਹ ਵਾਲਾ। ਅਤੇ ਇੱਦਾਂ ਹੀ ਉਹਨਾਂ ਨੇ ਇੱਕ ਯੁਮਨ ਕਰਕੇ ਸ਼ਾਇਰ ਹੋਏ ਆ, ਬਰਕਤ ਰਾਮ ਯੁਮਨ। ਅਤੇ ਇੱਦਾਂ ਕਰਕੇ ਉੱਥੇ ਇੱਕ ਸਾਹਿਤ ਸਭਾ ਉਹਨਾਂ ਨੇ ਕਵੀ ਸਭਾ ਬਣਵਾਈ। ਉੱਥੇ ਬਹੁਤ ਸਾਰੀਆਂ ਰਚਨਾਵਾਂ ਲਿਖੀਆਂ। ਈਵਨ ਉਹਨਾਂ ਦੀ ਇੱਕ ਕਵਿਤਾ ਵੀ ਮੇਰੇ ਕੋਲ ਹੁੰਦੀ ਸੀ, ਹੁਣ ਤਾਂ ਮੇਰੇ ਕੋਲ ਉਹ ਪਤਾ ਨਹੀਂ ਕਿੱਥੇ ਗੁੰਮ ਹੋ ਗਈ, ਕਿ ਰੋਪੜ ਦੀ ਛੱਡ ਕੇ ਰੌਣ ਕਥਾ, ਹੈ ਨਾ। ਇਹਨੂੰ ਰੋਪੜ ਦੀ ਛੱਡ ਕੇ ਰੌਣ ਕਥਾ, ਉਹਦਾ ਨਾਂ ਰੂਪਨਗਰ ਬਣਾਉਣਾ ਹੈ, ਕੁਛ ਇੱਦਾਂ ਸੀ। ਰੋਪੜ ਦੀ ਛੱਡ ਕੇ ਰੌਣ ਕਥਾ, ਅਸੀਂ ਰੂਪਨਗਰ ਸਜਾਣਾ ਹੈ। ਇੱਦਾਂ ਦੀ ਬਹੁਤ ਸੋਹਣੀ ਕਵਿਤਾ ਸੀ। ਉਹ ਸਾਰੇ ਜਿਹੜੇ ਰੋਪੜ ਦੇ ਜਿੰਨੇ ਵੀ ਉਸ ਚੌਕ ਸੀਗੇ ਉਹਨਾਂ ਦਾ ਜ਼ਿਕਰ ਸੀਗਾ, ਇੱਦਾਂ ਕਰਕੇ, ਇੱਦਾਂ ਨਹਿਰ ਦਾ ਵਗੈਰਾ, ਉਹ ਜਿਹੜੇ ਇੱਦਾਂ ਕਰਕੇ। ਤਾਂ ਉਹ ਕਹਿੰਦਾ ਉੱਥੇ ਜਿੱਥੇ ਵੀ ਖੇਡ ਸਾਹਿਬ ਜਾਂਦੇ ਸੀ ਉੱਥੇ ਇੱਕ ਸਾਹਿਤ ਸਭਾ ਇਕੱਠੀ ਉਹਦੇ ਬਣਾ ਲੈਂਦੇ ਸੀਗੇ। ਉਹਦੇ ਭਾਵੇਂ ਆਪ ਸੈਕਟਰੀ ਹੋਣ, ਹੈ ਜਨਰਲ ਹੋਣ, ਕੁਛ ਵੀ ਹੋਣ, ਅਤੇ ਉੱਥੇ ਇੱਕ ਸਭਾ ਬਣਾਈ। ਬਹੁਤ ਸਾਰੇ ਲੋਕਾਂ ਨੂੰ ਸ਼ਾਇਰੀ ਨਾਲ ਜੋੜਿਆ। ਆਲੇ ਦੁਆਲੇ ਬਹੁਤ ਸਾਰੀਆਂ ਉਹਨਾਂ ਨੇ ਮੁਸ਼ਾਇਰੇ ਕਰਵਾਏ, ਮੁਸ਼ਾਇਰੇ ਅਟੈਂਡ ਕੀਤੇ। ਅਤੇ ਉਦੋਂ ਬਾਅਦ ਫਿਰ ਉਹ ਪਿੰਡ ਆ ਗਏ। ਕਰਤਾਰਪੁਰ ਉਹਨਾਂ ਨੇ ਰਹੇ। ਕਰਤਾਰਪੁਰ ਨੇ ਕਵੀ ਸਭਾਵਾਂ ਬਣਾਈਆਂ। ਬਹੁਤ ਸਾਰੇ ਲੋਕਾਂ ਨੂੰ, ਜਿੱਦਾਂ ਹੁਣ ਇਸ ਟਾਈਮ 'ਤੇ ਜਿਹੜੇ ਅਜੇ ਵੀ ਪਰਮਾਤਮਾ ਹੀ ਦਇਆ ਹੈ, ਬਹੁਤ ਕਾਫੀ ਏਜ ਹੋ ਗਈ ਉਹਨਾਂ ਦੀ, ਨਿਰਧਨ ਕਰਤਾਰਪੁਰੀ ਸਾਹਿਬ। ਉਹ ਕਰਤਾਰਪੁਰੀ ਸਾਹਿਬ ਉਹਨਾਂ ਨੂੰ ਆਪਣਾ ਉਸਤਾਦ ਮੰਨਦੇ ਆ, ਖੇਦੀ ਸਾਹਿਬ ਨੂੰ। ਉੱਥੇ ਰੋਜ਼ ਮੁਸ਼ਾਇਰੇ ਹੁੰਦੇ ਸੀ। ਉੱਥੇ ਜਿਹੜੀ ਉਹ ਇੱਕ ਬਗੀਚੀ ਹੈ, ਉੱਥੇ ਸ਼ਾਮ ਨੂੰ ਮੁਸ਼ਾਇਰਾ ਹੋਣਾ, ਖੇਦੀ ਸਾਹਿਬ ਆਲੇ ਦੁਆਲੇ ਸ਼ਾਇਰ ਇਕੱਠੇ ਹੋਣੇ। ਉੱਥੇ ਜਾ ਕੇ ਉਹਨਾਂ ਨੇ ਬਹੁਤ ਵੱਡਾ ਉਹਨਾਂ ਨੇ ਇੱਕ ਸਾਹਿਤਿਕ ਸ਼ਾਇਰੀ ਦਾ ਮਾਹੌਲ ਪੈਦਾ ਕੀਤਾ ਹੋਇਆ ਸੀ। ਉੱਥੇ ਬਹੁਤ ਮੁਸ਼ਾਇਰੇ ਹੋਏ। ਤਾਂ ਖੇਦੀ ਸਾਹਿਬ ਨੇ ਫਿਰ ਲੁਧਿਆਣੇ ਉਦੋਂ ਬਾਅਦ ਸ਼ਿਫਟ ਕਰ ਗਿਆ। ਖੇਦੀ ਸਾਹਿਬ ਲੁਧਿਆਣੇ ਜਾ ਕੇ ਉਹਨਾਂ ਨੇ ਉਹਨਾਂ ਦਾ ਜਿਹੜਾ ਸੰਬੰਧ ਹੈਗਾ ਆ, ਇੱਥੇ ਜ਼ਿਕਰ ਕਰਨਾ ਬਣਦਾ ਹੈ। ਇਹਦਾ ਕਿਸੇ ਕੋ ਕੋਈ ਲੋਕ ਚਲੇ ਗਏ, ਰਹੇ ਨਹੀਂ ਹੈ। ਲੁਧਿਆਣੇ 'ਚ ਉਹਨਾਂ ਦਾ ਸਭ ਤੋਂ ਵੱਡਾ ਯੋਗਦਾਨ ਰਿਹਾ ਐਜ਼ ਏ ਸ਼ਾਇਰ, ਐਜ਼ ਏ ਉਸਤਾਦ ਸ਼ਾਇਰ, ਐਜ਼ ਏ ਖੇਦੀ ਸਾਹਿਬ 'ਚ ਦੂਸਰਾ ਗੁਣ ਜਿਹੜਾ ਸੀਗਾ ਉਹ ਸੀਗਾ ਸੰਗੀਤ ਦਾ।
ਉਹ ਬਹੁਤ ਅੱਛੇ ਸੰਗੀਤਕਾਰ ਸੀਗੇ, ਸੰਗੀਤ ਦੇ ਜਾਣੂ ਸੀਗੇ, ਬਹੁਤ ਅੱਛੇ ਗਾਉਂਦੇ ਸੀਗੇ, ਉਹਨਾਂ ਦਾ ਗਲਾ ਬਹੁਤ ਅੱਛਾ ਸੀਗਾ। ਉਹਨਾਂ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਉਹ ਤਰਨਮ 'ਚ ਬੋਲਦੇ ਸੀ। ਬਹੁਤ ਹੀ ਸੁੰਦਰ, ਬਹੁਤ ਹੀ ਮੈਲੋਡੀਅਸ ਆਵਾਜ਼ ਉਹਨਾਂ ਦੀ ਸੀਗੀ। ਕਦੇ ਮੌਕਾ ਲੱਗਾ ਤਾਂ ਮੈਂ ਉਹਨਾਂ ਦੀਆਂ ਉਹਨਾਂ ਦੇ ਅੰਦਾਜ਼ ਸੁਣਾਉਣ ਦੀ ਕੋਸ਼ਿਸ਼ ਕਰਾਂਗਾ। ਅਤੇ ਖੇਡੀ ਸਾਹਿਬ ਨੇ ਉੱਥੇ ਹੀ ਆਪਣਾ ਜਾ ਕੇ ਘਰ ਬਣਾ ਲਿਆ। ਉੱਥੇ ਇੰਜਨ ਸ਼ੈੱਡ ਜਿਹੜਾ ਇਲਾਕਾ, ਇੰਜਨ ਸ਼ੈੱਡ ਦੇ ਵਿੱਚ ਉਹਨਾਂ ਦਾ ਇੱਕ ਘਰ ਸੀ, ਕਿਰਾਏ 'ਤੇ ਮਕਾਨ 'ਤੇ ਰਹੇ। ਉੱਥੇ ਹੀ ਬਹੁਤ ਸਾਰੇ ਸੰਗੀਤਕਾਰ ਇਕੱਠੇ ਹੁੰਦੇ ਸੀਗੇ, ਜਿਨ੍ਹਾਂ ਦੇ ਵਿੱਚ ਨਾਮ ਜਿਹੜਾ ਆ ਉਸ ਸਮੇਂ, ਇਹ ਖੇਡੀ ਸਾਹਿਬ ਦੇ ਜ਼ਮਾਨ ਦੀ ਮੈਂ ਗੱਲ ਕਰਦਾ ਕਿ ਜਮਲਾ ਸਾਹਿਬ ਜਿਹੜਾ ਦਾ ਨਾਂ ਹੈ ਅੱਜ ਕੱਲ੍ਹ ਸੰਗੀਤ ਦੇ, ਸਾਡੇ ਪੰਜਾਬੀ ਗਾਇਕੀ ਦੇ ਵਿੱਚ ਕਿੱਦਾਂ ਮੈਂ ਕਹਿੰਦਾ ਆ ਜਿਹੜੀਆਂ ਘਟਨਾਵਾਂ ਆ ਇਤਿਹਾਸ ਦੇ ਗਰਭ 'ਚ ਰਹਿ ਜਾਂਦੀਆਂ, ਜਾਂ ਉਹ ਪੈਦਾ ਹੁੰਦੀਆਂ ਹੈ ਨਾ, ਉਹ ਸਮਾਜ ਦੇ ਵਿੱਚੋਂ ਅਲੋਪ ਹੋ ਜਾਂਦੀਆਂ। ਅਸਲ 'ਚ ਬੇਸ ਅਲੱਗ ਹੁੰਦਾ ਹੈ ਨਾ, ਜਿਨ੍ਹਾਂ ਲੋਕਾਂ ਦੀ ਦੇਣ ਹੁੰਦੀ ਆ ਉਹ ਅਲੋਪ ਹੋ ਜਾਂਦੇ ਆ। ਅਤੇ ਅਗਰ ਉਸਤਾਦ ਗਾਇਕ ਜਮਲਾ ਜੀ ਦੀ ਗੱਲ ਕਰੀਏ ਤੇ ਇੱਥੇ ਮੇਰੇ ਪਰਿਵਾਰ ਦਾ ਜ਼ਿਕਰ ਕਰਨਾ ਵੀ ਇੱਕ ਸਪੈਸ਼ਲ ਆਉਂਦਾ ਆ ਕਿ ਜਮਲਾ ਜੀ ਦੀ ਪਰਸਨੈਲਿਟੀ ਨੂੰ ਡਿਵੈਲਪ ਕਰਨੀ, ਜਾਂ ਇੱਕ ਜਮਲਾ ਪੈਦਾ ਕਰਨ ਦੇ ਲਈ ਹੈ ਨਾ, ਇੱਕ ਗਾਇਕ ਪੈਦਾ ਕਰਨ ਦਾ ਮੇਰੇ ਪਰਿਵਾਰ ਦਾ ਕਿੱਡਾ ਵੱਡਾ ਹੱਥ ਆ। ਠੀਕ ਹੈ ਨਾ, ਉਹ ਰੱਬ ਜਾਣਦਾ, ਸਮਾਂ ਜਾਣਦਾ, ਇਤਿਹਾਸ ਜਾਣਦਾ, ਜਿਹੜਾ ਕਿ ਅੱਜ ਕੋਈ ਨਹੀਂ ਜਾਣਦਾ। ਉਹ ਇਹ ਕਿ ਖੇਡੀ ਸਾਹਿਬ ਦੱਸਦੇ ਸੀ ਕਿ ਇੱਦਾਂ ਹੀ ਜਮਲਾ ਸਾਹਿਬ ਜਿਹੜੇ ਆ ਉਹ ਰਿਕਸ਼ਾ ਚਲਾਉਂਦੇ ਸੀ। ਉਹਨਾਂ ਨੇ ਰਿਕਸ਼ਾ ਚਲਾਇਆ ਆਪਣੀ ਛੋਟੀ ਉਮਰ ਦੇ ਵਿੱਚ, ਅਤੇ ਕਹਿੰਦੇ ਮੈਂ ਪਿੱਛੇ ਬੈਠਾ ਹਾਂ ਅਤੇ ਜਮਲਾ ਸਾਹਿਬ ਗੁਣਗੁਣਾਉਂਦੇ ਆ ਬਹੁਤ, ਜਾਂਦੇ ਨਾਲੇ ਰਿਕਸ਼ਾ ਚਲਾਈ ਜਾਂਦੇ, ਨਾਲੇ ਗੁਣਗੁਣਾਈ ਜਾਂਦੇ ਆ। ਅਤੇ ਮੈਂ ਕਹਿੰਦਾ ਉਹ ਕਾਕਾ ਹਾਂ ਕੀ ਬਈ ਤੇਰੀ ਬਹੁਤ ਵਧੀਆ ਆਵਾਜ਼ ਹੈ, ਕਿਆ ਬਾਤ ਹੈ ਤੇਰੀ, ਤਾਂ ਇੰਨਾ ਸੁਰੀਲਾ ਤੂੰ ਯਾਰ। ਕਹਿੰਦਾ ਹਾਂਜੀ ਹਾਂਜੀ ਮਹਾਰਾਜ, ਪਿੱਛੇ ਬੈਠੇ ਆ ਰਿਕਸ਼ੇ ਦੇ ਖੇਡੀ ਸਾਹਿਬ। ਕਹਿੰਦੇ ਯਾਰ ਕਮਾਲ ਹੋ ਗਈ। ਕਹਿੰਦੇ ਅੱਛਾ ਤੂੰ ਯਾਰ ਇੱਦਾਂ ਕਰਿਆ ਕਰ, ਮੈਂ ਇੰਜਨ ਸ਼ੈੱਡ ਰਹਿਣਾ ਆ, ਉੱਥੇ ਆਇਆ ਕਰ। ਲਓ ਜੀ, ਸ਼ੌਕ ਸੀਗਾ ਜਮਲਾ ਸਾਹਿਬ ਨੂੰ। ਠੀਕ ਹੈ, ਅਤੇ ਕਹਿੰਦੇ ਭਈ ਜਿਹੜੀ ਜਮਲਾ ਸਾਹਿਬ ਨੂੰ ਅਗਰ ਤੁੰਬੀ 'ਚ ਬੱਡ ਦੇ ਵਿੱਚ, ਟਿੰਡ ਦੇ ਵਿੱਚ ਅਗਰ ਡੰਡੀ ਵਸਾ ਕੇ ਬਣਾ ਕੇ ਦਿੱਤੀ ਤੁੰਬੀ, ਤਾਂ ਖੇਦੀ ਸਾਹਿਬ ਨੇ ਬਣਾ ਕੇ ਦਿੱਤੀ। ਇਹ ਇਤਿਹਾਸ ਕਿਤੇ ਜ਼ਿਕਰ ਨਹੀਂ, ਕਿਸੇ ਨਾਂ ਨਹੀਂ ਹੈ। ਠੀਕ ਹੈ, ਅਤੇ ਕਿੰਗ ਦੇ ਨਾਲ ਗਾਉਣਾ, ਉਦੋਂ ਢੋਲਕ ਬਹੁਤ ਘੱਟ ਵੱਜਦੀ ਸੀ ਜਦੋਂ ਗਾਉਂਦੇ ਸੀ ਸਟੇਜ ਦੇ ਉੱਤੇ ਕਿੰਗ ਦੇ ਨਾਲ, ਤਾਂ ਬਿਨਾਂ ਢੋਲਕ ਤੋਂ ਹੀ ਗਾਉਂਦੇ ਸੀ। ਉਹ ਇੱਕ ਜ਼ਮਾਨਾ ਸੀ। ਉਦੋਂ ਜਮਲਾ ਸਾਹਿਬ ਖੇਡੀ ਸਾਹਿਬ ਨਾਲ ਜੁੜ ਗਏ, ਔਰ ਜਮਲਾ ਸਾਹਿਬ ਨੂੰ ਇੰਨੇ ਗੀਤ ਲਿਖ ਕੇ ਦਿੱਤੇ। ਉੱਥੇ ਉਹਨਾਂ ਨੇ, ਖੇਡੀ ਸਾਹਿਬ ਦਾ ਇੱਕ ਵਿਸ਼ੇਸ਼ ਵਿਅਕਤੀਤਵ ਇਹ ਆ ਕਿ ਉਹ ਸ਼ਾਇਰ ਤਾਂ ਸੀਗੇ, ਕਵੀ ਸੀਗੇ, ਕਵਿਤਾ ਲਿਖਦੇ ਸੀ। ਕਵਿਤਾ ਔਰ ਗੀਤਕਾਰੀ ਦੋ ਅਲੱਗ-ਅਲੱਗ ਚੀਜ਼ਾਂ ਨੇ। ਗੀਤ ਲਿਖਣਾ, ਬਹੁਤ ਸਾਰੇ ਸ਼ਾਇਰ ਗੀਤ ਨਹੀਂ ਲਿਖਦੇ, ਬਹੁਤ ਸਾਰੇ ਗੀਤਕਾਰ ਸ਼ਾਇਰ ਕਵਿਤਾ ਨਹੀਂ ਲਿਖਦੇ, ਲੇਕਿਨ ਖੇਦੀ ਸਾਹਿਬ ਨੇ ਗੀਤਕਾਰੀ ਦੇ ਵਿੱਚ ਵੀ ਆਪਣਾ ਇੱਕ ਪੰਜਾਬੀ ਗੀਤ ਸਾਹਿਤ ਦੇ ਵਿੱਚ ਗੀਤ ਲਿਖਣਾ, ਧਾਰਮਿਕ ਗੀਤ ਲਿਖਣਾ, ਸਮਾਜਿਕ ਗੀਤ ਲਿਖਣਾ, ਰਾਜਨੀਤਿਕ ਗੀਤ ਲਿਖਣਾ, ਸਾਹਿਤਿਕ ਗੀਤ ਲਿਖਣਾ, ਇਹਨਾਂ ਦਾ ਇੱਕ ਵਿਸ਼ੇਸ਼ ਮੁਹਾਰਤ ਸੀਗੀ। ਇਹਨਾਂ ਨੇ ਆਲੇ ਦੁਆਲੇ ਜਿੰਨੇ ਵੀ, ਲੁਧਿਆਣੇ ਦੇ ਆਲੇ ਦੁਆਲੇ ਦੇ ਜਿੰਨੇ ਵੀ ਗਾਇਕ, ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਉਸ ਵੇਲੇ ਛੋਟੇ ਛੋਟੇ ਬੱਚੇ ਸੀਗੇ ਜਾਂ ਜੰਗ ਸੀਗੇ, ਕੰਮ ਕਰਦੇ ਸੀ, ਉਹਨਾਂ ਦਾ ਉੱਥੇ ਡੇਰਾ ਮੇਲਾ ਲੱਗਣਾ ਸ਼ੁਰੂ ਹੋ ਗਿਆ। ਉਹਨਾਂ ਨੂੰ ਗੀਤ ਲਿਖਣੇ ਸ਼ੁਰੂ ਕੀਤੇ। ਉਹਨਾਂ ਨੂੰ ਸੰਗੀਤਕ ਤੌਰ 'ਤੇ ਉਹਨਾਂ ਨੂੰ ਉਸਤਾਦ ਕਹਿੰਦੇ ਸੀਗੇ, ਜਿਨ੍ਹਾਂ ਦੇ ਵਿੱਚ ਤੁਸੀਂ ਨਾਂ ਸੁਣਿਆ ਹੋਣਾ, ਚਾਂਦੀ ਰਾਮ ਚਾਂਦੀ ਨਾਂ ਸੁਣਿਆ ਹੋਣਾ, ਕਿੱਡਾ ਨਾਂ ਹੈ ਉਹਦਾ ਨਾਂ ਹੈ। ਔਰ ਉਹਨਾਂ ਦੇ ਬਹੁਤ ਸਾਰੇ ਗੀਤ ਉਹਨਾਂ ਨੇ ਗਾਏ। ਜਮਲਾ ਸਾਹਿਬ ਨੇ, ਮੈਂ ਇਹ ਗੱਲ ਕਹਿਣ ਮੇਰੇ ਕੋਲ ਕੋਈ ਉਹ ਨਹੀਂ ਹੈਗਾ, ਕੋਈ ਆਪਾਂ ਜੇ ਮੈਂ ਕਹਾਂ ਕਿ ਮੈਂ ਰਿਕਾਰਡਿੰਗ ਕੋਈ, ਹਾਂ ਕੁਛ ਗੱਲਾਂ ਹੈ ਜੀ, ਤੱਥ ਨਹੀਂ ਹੈ, ਲੇਕਿਨ ਕੁਛ ਹੈ ਵੀ ਮੇਰੇ ਕੋਲ, ਮੈਂ ਕਹਿ ਸਕਦਾ ਹਾਂ ਮੇਰੇ ਕੋਲ ਇੱਕ ਲਿਖਤੀ ਪ੍ਰਮਾਣ ਹੈ ਵੀ ਹੈਗਾ, ਹੈ ਨਾ। ਉਹ ਇਹ ਜਦੋਂ ਜਮਲਾ ਸਾਹਿਬ ਉਸਤਾਦ ਜੀ ਸਾਰੇ ਲੋਕ ਉਸਤਾਦ ਜੀ, ਜਮਲਾ ਸਾਹਿਬ ਵੀ ਉਸਤਾਦ ਜੀ ਕਹਿੰਦੇ ਸੀ, ਗੁਰੂ ਜੀ ਗੁਰੂ ਜੀ ਗੁਰੂ ਜੀ। ਅਤੇ ਬਹੁਤ ਸਾਰੇ ਪ੍ਰੋਗਰਾਮ ਜਿੱਥੇ ਬੁਲਾਉਣਾ ਜਮਲਾ ਸਾਹਿਬ ਨੂੰ ਬੁਲਾਉਣਾ, ਆ ਜਾਣਾ ਹੈ ਨਾ, ਪ੍ਰੋਗਰਾਮ ਕਰਨੇ, ਖੇਡ ਸਾਹਿਬ ਦੇ ਗੀਤ ਲਿਖਣੇ। ਕਹਿੰਦੇ ਆ, ਮੈਂ ਖੇਡ ਸਾਹਿਬ ਦਾ ਇਹ ਆਪਣਾ, ਹੁਣ ਮੈਂ ਇਹਨੂੰ ਕਹਿ ਨਹੀਂ ਸਕਦਾ, ਸਤਿਗੁਰੂ ਨਾਨਕ ਆਜਾ ਤੇਰੀ ਲੀਲਾ ਨਿਹਾਰੀਏ, ਦੱਸ ਮੈਂ ਕੀ ਪਿਆਰ ਵਿੱਚੋਂ ਖੱਟਿਆ। ਠੀਕ ਹੈ, ਇਹ ਇੱਦਾਂ ਦੇ ਜਿਹੜੇ ਗੀਤ ਨੇ। ਫਿਰ ਪਹਿਲੀ ਇੱਕ ਉਹਨਾਂ ਦਾ ਰਿਕਾਰਡਿੰਗ ਗਾਉਂਦੇ ਸੀਗੇ ਉਹ, ਪਹਿਲਾ ਝੂਟਾ ਜਾਂ ਹੀਰ ਝੁਟਾਇਆ, ਇਹ ਖੇਡੀ ਸਾਹਿਬ ਦਾ ਗੀਤ ਆ।
ये जमला जी ने बहुत गाया। फिर अद्धी सोहनी महिंवाल दा अद्धी रात तूफान दी यारो अंबरी मचिया शोर, कड़कड़ बिजली कड़कदी ते छाई घटा कनकोर, जां सस्सी थलां च आवाज़ां पई मारदी, वे मैं मोई आजा पुनना। ये वाले गीत जिहड़े है ना, जां ये सारे गीत जिहड़े एक जमला साहब गाते सीगे, ठीक है ना। जिहड़ा पहला झूटा जां हीर झुटाया वाला, ये तो बहुत गाया उन्होंने। तो ये जिहड़े सारे खेदी साहब दे लिखे हुए, सतगुरु नानक आजा मैं तेरी लीला है ना न्यारी है, जां असीं कहिए जिहड़ा दस मैं की प्यार विचों खटिया, ठीक है। जां इदां ना भी होवे, लेकिन सोध के तौर पर यह तो पक्का है कि सोध खेदी साहब ने कीतियां होईयां। उदों की सीगा, खेदी साहब की एक परसनैलिटी का विशेष गुण यह है, खेदी साहब एक फकीर शायर होया, मलंग शायर होया, दवंग शायर होया, इनकलाबी शायर होया, समाजिक तौर पर वह विद्रोही शायर होया, जिन्होंने अपनी ये नहीं सीगा कि मेरा ना होवे, मैं अपने समाज की गल कर, सारे समाज की गल करा, जिहड़ी गल करनी शायर का करतब बनता वो करा। ਜਿਹੜੀਆਂ ਕੁਰੀਤੀਆਂ शायरी ਦੇ ਵਿੱਚ आ ਗਈਆਂ, संगीतकारां ਦੇ ਵਿੱਚ आ गईयां, जो आ गईयां, जो ਲੱਚਰ ਸਾਹਿਤ ਪੰਜਾਬੀ ਸਾਹਿਤ 'ਚ आ गया, ਉਹਦੇ मैं अगेंस्ट बोला, खिलाफ बोला। लेकिन उन्होंने अपने ਨਾਂ ਦਾ कोई नहीं सीगा भी मेरा ਨਾਂ होवे। हालांकि ਨਾਂ इन्ना सीगा, लोग 20-20 किलोमीटर को पैदल चल के साइकिलों ते जाके खेदी साहब नूं सुणन जांदे सीगे, एडा नाम सीगा। तो जमला साहब का आप जिक्र कर रहे थे, मैं ਇਹਦਾ मेरे को अजे भी गीत पे आया मेरे जिदन ये पिंड आए साडे परिवार दे विच बहुत बड़ा, तुहानूं जिद्दां मैं जिक्र कर चुका, बहुत बड़ा परिवार सीगा, घर दा जत्था सीगा, ठीक है। साडे सुनड़ खुर्द दे विच जदों साडे बड़े ब्रदर जिहड़े ताया जी दे लड़के जिहड़े संगीत हारमोनीयम तो बजाते सीगे, जथे दे जिहड़े है ना वेद प्रकाश बिद्धू जी, वो उन्हां दा जदों ब्याह होया, उस ब्याह दे विच साडे पूरे इलाके का ब्याह वाले दिन उदन जब ब्याह के आए उदन फंक्शन रखा गया, तो उत्थे जिन्ने भी खेडी साहब के शागिर्द सीगे सैकड़े सीगे, एक नहीं सैकड़े शागिर्द, वो सारे दे जिन्होंने मैं जिक्र करा चमन लाल चमन, फ्लोर कोट वाले फ्लोर वाले है ना, साजन, और मैं जिक्र करा संतराम खीवा जी लुधियाने वाले, तो अपने होर सारे बहुत सारे लोग ने, मैं जिक्र कदे टाइम लगा तो पूरी लिस्ट मैं उन्होंने सैकड़ियां की गिणती च उन्होंने शागिर्द संगीतकार शागिर्द सी जिन्होंने गीत लिख के देंदे सी, है ना। जोगिंदरपाल साजन जिहड़े है ना, जिन्होंने बहुत सारे रिकॉर्डिंग हुई है। तो वो जी जिदन साडे ब्याह सीगा साडे बड़े वेद प्रकाश जी का, उदन बहुत इन्हों जमला जी जिहड़े सीगे इन्हों भी खेदी साहब इत्थे पिंड लैके आए, और रात नूं उन्होंने वो जो फंक्शन सीगा वो सारे संगीतकारों का इकट्ठा फंक्शन सी, रात में एक फंक्शन किया गया, उहदे उत्ते मतलब सैकड़ियां की 1000 की 1500 की गिणती च उत्थे लोग इकट्ठे हुए रात नूं सुणन दे लई, उत्थे जमला जी भी गाए, ठीक है। उदों बाद उन्होंने होर ये सारे लोग उन्होंने गाया, खेड साहब ने अपनी नज़मां सुनाइयां, बहुत बड़ा फंक्शन सीगा। तो इदां ही जो साडे ताया जी के बड़े बेटे जिहड़े किरपा सागर, वो वलिंग अपने इनफॉर्मेशन एंड ब्रॉडकास्टिंग दे विच उन्होंने MA उन्होंने जमाने MA की थी ऑनर्स के नाल रामगढ़िया कॉलेज तो उन्होंने वो इनफॉर्मेशन एंड ब्रॉडकास्टिंग दे विच हैड रिटायर होए, रजिस्ट्रार रिटायर होया दिल्ली दे विचों। तो वो उन्हों का ब्याह जिदन सीगा उदन भी जमला साहब उन्होंने रात में जो साडा फंक्शन सीगा वो भी पूरे इलाके का फंक्शन सीगा, दुनिया उत्थे टुकी हुई सी, उत्थे जमला साहब ने कीर्तन किया, कीर्तन की मतलब रात में गाया, ये सारे जो उदों उन्होंने रिकॉर्डिंग आ चुकी सी, ठीक है। तो मतलब इदा साडा परिवार जदों बहुत फिर इन्हां दे एक जिहड़े साडे छोटे चाचा जी दा जदों शादी हुई उदों उन्होंने पूरा जमला जी का एक उत्थे दे बहुत सारियां नाटकी मंडलियां सी लुधियाने दियां, जिन्होंने बिल्लो डोगरा का नाटकी ड्रामा हुंदा सीगा, समाजिक ड्रामा हुंदा सी, वो आया अपने जमला जी आए, तो इदां जलूस के रूप दे विच खेदी साहब भी जा रहे हैं उत्थे ड्रामा देखण, हालांकि घर दे विचों ही एडा बड़ा परिवार सी, तो खेदी साहब तुरे जाते इदां, तो उत्थे एक साडे कुब्बी माता हुंदी सी, गाबी माता कहिंदे सी उहनूं, ते ओह इहदा खेदी साहब हुण कदी कदी आउणा,
ਤੇ ਉਹ ਨਾਂ ਖੇਡੀ ਸਾਹਿਬ ਦਾ ਹੋ ਗਿਆ ਸੀ, ਬਹੁਤ ਵੱਡਾ ਹੋ ਗਿਆ ਸੀ ਨਾਂ। ਤੇ ਉਹ ਕਹਿੰਦੇ ਕੁੜੀ ਉਹ ਸਾਡੀ ਵੱਡੀ ਬਜ਼ੁਰਗ ਮਾਤਾ ਕਹਿੰਦੀ, ਉਹ ਕਹਿੰਦੇ ਪਾਸ਼ੀ ਹੈਂ ਤੂੰ ਕਦੋਂ ਆਇਆ ਕਾਕਾ? ਉਹ ਕੁੱਬੇ ਸੀਗੇ, ਉਹ ਬੈਠੇ ਹੀ ਥੱਲੇ, ਪਾਸ਼ੀ ਤੂੰ ਕਦੋਂ ਆਇਆ? ਉਹ ਕਹਿੰਦੇ ਉਹ ਮੱਥਾ ਟੇਕਦਾ ਜਦ ਦੇਖਿਆ ਤਾਂ ਮੱਥਾ ਟੇਕ ਕਹਿੰਦੀ ਮਾਂ ਮੈਂ ਤਾਂ ਕੱਲ੍ਹ ਆਇਆ ਸੀਗਾ, ਵਿਆਹੁਣ ਗਏ ਸੀਗੇ ਹੈ ਨਾ, ਉਹਦਾ ਨਾਂ ਕੀ ਨਾਂ ਲੈਂਦੇ ਵੇਦ ਪ੍ਰਕਾਸ਼ ਉਹਨਾਂ ਦਾ ਸੀਗਾ। ਅਤੇ ਕਹਿੰਦੇ ਮੈਂ ਉਹ ਵਿਆਹ 'ਤੇ ਆਇਆ। ਅੱਛਾ, ਕਹਿੰਦਾ ਬਹੁਤ ਦੇਰ ਨਾਲ ਬਾਅਦ ਤੈਨੂੰ ਦੇਖਿਆ। ਅੱਛਾ। ਉਹ ਜਦੋਂ ਗਾਂਹ ਚੱਲੇ ਤਾਂ ਜਮਲਾ ਸਾਹਿਬ ਕਹਿੰਦੇ ਉਸਤਾਦ ਜੀ ਉਹ ਨਾਂ ਤੁਹਾਡਾ ਕਿੱਥੋਂ? ਮੈਂ ਤਾਂ ਕਦੀ ਸੁਣਿਆ ਹੀ ਨਹੀਂ ਹੈ। ਇਹ ਮਤਲਬ ਇੱਕ ਜ਼ਿਕਰ ਇਸ ਕਰਕੇ ਕਰ ਰਿਹਾ ਵੀ ਇੱਦਾਂ ਦੀਆਂ ਘਟਨਾਵਾਂ। ਉਹ ਕਹਿੰਦਾ ਚੁੱਪ ਜਮਲੇ ਚੁੱਪ, ਕਹਿੰਦਾ ਇਹ ਬਹੁਤ ਕੁਝ ਹੁੰਦਾ ਸਾਡੇ ਇਸ ਪਰਿਵਾਰ ਮਤਲਬ ਪਿੰਡਾਂ ਦੇ ਵਿੱਚ ਸਾਡਾ ਖੂਨ ਹੈ ਸਾਡਾ, ਅਤੇ ਇਹਨੇ ਮੇਰੇ ਬਾਰੇ ਕਰਿਆ ਕੀ ਕੁਝ ਜਾਣਦੇ ਆ ਹੈ ਨਾ, ਇੱਦਾਂ ਦਾ ਨਾਂ ਵੀ ਮੇਰਾ ਹੈਗਾ ਆ। ਚਲੋ ਹੱਸਦੇ ਖੇਡਦੇ ਮਜ਼ਾਕ ਕਰਦੇ ਕਰਕੇ ਪ੍ਰੋਗਰਾਮ ਆ ਗਿਆ। ਘਰ ਸਾਡੇ ਇੱਕ ਬਹੁਤ ਵੱਡੀ ਪਰਾਤ ਹੁੰਦੀ ਸੀਗੀ, ਉਹਦੇ 'ਚ ਇਕੱਠੀ ਪਾ ਕੇ ਸਬਜ਼ੀ ਗੋਭੀ ਦੀ ਪਾ ਕੇ ਜਾਂ ਜੋ ਵੀ ਐਸਾ ਰੁੱਖ ਸੁੱਕੀ ਸਬਜ਼ੀ, ਰੋਟੀਆਂ ਆਈ ਜਾਂਦੀਆਂ, ਸਾਰੇ ਉੱਚੋਂ ਲਾ ਕੇ ਖਾਈ ਜਾਂਦੇ ਆ। ਜਮਲਾ ਸਾਹਿਬ ਕਹਿੰਦੇ ਬਈ ਗੁਰੂ ਜੀ ਉਸਤਾਦ ਜੀ ਕਹਿੰਦੇ ਵੀ ਇੱਦਾਂ ਦਾ ਖਾਣਾ ਅੱਜ ਤੱਕ ਸਵਾਦੀ ਨਹੀਂ ਕਦੀ ਖਾਧਾ। ਮੈਂ ਇਹ ਜ਼ਿਕਰ ਕਰ ਰਿਹਾ, ਇੱਦਾਂ ਦੀਆਂ ਜਮਲਾ ਸਾਹਿਬ ਦਾ ਸਾਡਾ ਪਰਿਵਾਰ ਦਾ ਨਾਲ ਰਿਹਾ। ਅਤੇ ਉੱਥੇ ਉਦੋਂ ਬਾਅਦ ਆਪਣੇ ਚਾਂਦੀ ਰਾਮ ਚਾਂਦੀ, ਠੀਕ ਹੈ, ਸਾਜਨ ਜੀ है ना, जोगिंदरपाल साजन जी है ना, फिर संतराम खीवा जी ਦੇ ਅੱਗੇ ਸ਼ਾਗਿਰਦ ਜਿਹੜੇ ਕੀ ਨਾਂ ਉਹਨਾਂ ਦਾ ਫਕੀਰ ਚੰਦ ਪਤੰਗਾ, ਠੀਕ ਹੈ, ਉਹ ਉਹਨਾਂ ਦੇ ਨਾਲ ਬਹੁਤ ਕੰਮ ਕੀਤਾ ਪਤੰਗੇ ਦੇ ਨੇ ਉਹਨਾਂ ਦੇ ਨਾਲ। ਤਾਂ ਕਹਿਣ ਦਾ ਮਤਲਬ ਸ਼ਾਇਰੀ ਦੇ ਤੌਰ 'ਤੇ ਮੈਂ ਸ਼ਾਇਰ ਦੇ ਉਹਨਾਂ ਨੂੰ ਗੀਤ ਲਿਖ ਕੇ ਦਿੰਦੇ ਸੀ ਰਾਤ ਨੂੰ, ਇੱਕ ਸਿਟਿੰਗ ਦੇ ਵਿੱਚ ਉਹਨਾਂ ਨੂੰ ਆਪਣੇ ਜਿਹੜੇ ਸ਼ਾਗਿਰਦ ਹੁੰਦੇ ਸੀ ਖੇਡ ਸਾਹਿਬ, ਐਸੀ ਮੁਹਾਰਤ ਸੀ ਉਹਨਾਂ ਦੀ। ਕਵੀ ਦਰਬਾਰ ਦੇ ਵਿੱਚ ਸਾਰੇ ਸ਼ਾਗਿਰਦ ਲੈ ਕੇ ਜਾਣੇ, ਬਾਹਰੋਂ ਸ਼ਾਇਰਾਂ ਨੇ ਇਹਨਾਂ ਆਪਣੇ ਸ਼ਾਗਿਰਦਾਂ ਦੀਆਂ ਜਿਨ੍ਹਾਂ ਨੇ ਆਪਣੀਆਂ ਕਵਿਤਾਵਾਂ ਲਿਖ ਲੈਣੀਆਂ, ਉਹਨਾਂ ਨੂੰ ਕਵਿਤਾਵਾਂ ਨੂੰ ਸਹੀ ਕਰਕੇ ਉਹਨਾਂ ਨੂੰ ਦੇਣਾ, ਫਿਰ ਆਪਣੇ ਲਈ ਲਿਖਣੀ। ਮਤਲਬ ਇੰਨੀ ਮੁਹਾਰਤ ਸੀ। ਅਤੇ ਸੌਰੀ, ਤਾਂ ਕਹਿਣ ਦਾ ਮਤਲਬ ਆਲੇ ਦੁਆਲੇ ਬਹੁਤ ਵੱਡਾ ਨਾਂ ਸੀਗਾ। ਅਤੇ ਔਰ ਇਹ ਇੱਦਾਂ ਕਰਕੇ ਬਹੁਤ ਵੱਡੀਆਂ ਸਟੇਜਾਂ ਉਹਨਾਂ ਨੇ ਅਟੈਂਡ ਕੀਤੀਆਂ। ਮੈਂ ਜ਼ਿਕਰ ਕਰਨਾ ਚਾਹਾਂਗਾ ਜਦੋਂ ਖਿਦ ਸਾਹਿਬ ਬਿਮਾਰ ਹੋਏ, ਮੈਂ ਬਹੁਤ ਕੁਝ ਕਹਿਣਾ ਚਾਹੁੰਦਾ ਹਾਂ ਉਹਨਾਂ ਦੀਆਂ ਰਚਨਾਵਾਂ ਬਾਰੇ। ਜਿੱਦਾਂ